हर पात निहिन जय, रूप रंग अर रेख पेख, को कह न सकत केहि। अचल मूरत अनपव प्रकाश, मितोज कहजै, कोट इंद्रेंद्रान, साहे साहन गुंजै। त्रिपवन महीप सुर नर सुर, नेत नेत मन तिरण कहत, त्वै सर्वनाम कथै कवन, कर्म नाम वर्णत समर्थ। हस कृपान खंडो खड़ग, तबक तवरि अरसी, सैफ सरोही सहसी, जह हमारे पीर। तीर तुही सैथी तुही, तुही तवर तरवार, नाम तिहारो जो जपै, ऐ सिंध भव पार। काल तुही काली तुही, तुही तेगी अर तीर, तुही निशानी जीत की, आज तुही जगबीर। खड़ग केत में शरण तिहारी, आप हाथ दे लिहु उवारी, सर्व ठार मोह सहाई, दुष्ट दोख ते लिहु बुचाई। नमस्कार श्री खड़ग को, करो सोहित चित लाय, पूरन करो ग्रंथे, तुम मोह करो सहाय। मुकुचरै शास्त्र खट, पिंग गिरन चढ़ जाय, अंध लखै बदरो सुनै, जाऊ काल कृपा कराय। कहाँ बुद्ध प्रभु तुष हमारी, भर न सकै महिमा जो तिहारी। हम न सकत कर सिवत तुम्हारी, आप लिहो तुम कथा सुधारी। हम न सकत कर सिवत तुम्हारी, आप लिहो तुम कथा सुधारी। वाहेगुरु साहिब जीओ। तोटक छंद त्वै प्रसाद, नव नेवर नाद सुरंग निर्मलं, मुख बिजल ज्वाल घणं परजुलं, मदरा कर मत महाभवकं, बन में मनो बाग बचा बबकं। तोटक छंद त्वै प्रसाद, नव नेवर नाद सुरंग निर्मलं। वाहिगुरु जी का खालसा, वाहिगुरु जी की फतेह। परम सत्कारयोग गुरु खालसा साध संगत जी, गुरु कलगीधर पातशाह जी दी मुहानी
ਪਵਿੱਤਰ ਬਾਣੀ ਦੀ ਵਿਚਾਰ ਜੋ ਕਾਫੀ ਸਮੇਂ ਤੋਂ ਮੁੜ ਤੋਂ ਪ੍ਰਾਰੰਭ ਹੋਈ ਹੈ, ਆਪਾਂ ਸੰਗਤ ਰੂਪ ਵਿੱਚ ਜੁੜ ਕੇ ਚੌਰ ਛਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸੰਗਤ ਰੂਪ ਵਿੱਚ ਜੁੜ ਕੇ ਸਰਵਣ ਕਰਦੇ ਹਾਂ। ਕੱਲ੍ਹ ਵਿਚਿੱਤਰ ਨਾਟਕ ਦੀਆਂ 52 ਪੌੜੀਆਂ ਪੂਰੀਆਂ ਹੋ ਗਈਆਂ ਸਨ। ਅਗਲੇ 53ਵੀਂ ਪੌੜੀ ਦਾ ਜਿਹੜਾ ਪਾਠ ਹੈ, 53ਵੀਂ ਪੌੜੀ ਉਹ ਟੋਟਕ ਛੰਦ ਵਿੱਚ ਆਪ ਜੀ ਨੇ ਉਚਾਰਨ ਕੀਤੀਆਂ। ਇਹ ਜਿੰਨੀਆਂ ਪੌੜੀਆਂ ਆਪ ਜੀ ਨੇ ਟੋਟਕ ਛੰਦ ਵਿੱਚ ਵਾਹਿਗੁਰੂ ਦੀ ਕਿਰਪਾ ਨਾਲ ਉਚਾਰਨ ਕੀਤੀਆਂ, ਉਹ ਪ੍ਰਾਰੰਭ ਹੋ ਰਹੀਆਂ। ਇਹਨਾਂ ਪੌੜੀਆਂ ਵਿੱਚ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜਿਹੜਾ ਮਹਾਂਕਾਲ ਹੈ ਉਹਦਾ ਰੂਪ ਬੰਨ੍ਹ ਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਵਡਿਆਈ ਕੀਤੀ ਹੈ। ਜਿੱਥੇ ਜਲਸਤੂ ਹੀ ਤਲਸਤੂ ਹੀ ਬਨਸਤੂ ਹੀ ਕਹੇ, ਕੋਈ ਜਲ ਰੂਪ ਵੀ ਤੂੰ ਹੀ ਹੈ, ਮਾਰੂ ਥਲ ਵੀ ਤੂੰ ਹੀ ਹੈ, ਜੰਗਲ ਵੀ ਤੂੰ ਹੀ ਹੈ। ਇਸ ਤਰ੍ਹਾਂ ਅਚਲ ਰੂਪ ਵੀ ਤੂੰ ਹੀ ਹੈ, ਵਿਚਰਨ ਵਾਲਾ ਵੀ ਤੂੰ ਹੀ ਹੈ। ਇਸੇ ਤਰ੍ਹਾਂ ਜਲਾਂ ਵਿੱਚ ਵੀ ਤੂੰ ਹੀ ਹੈ, ਥਲਾਂ ਵਿੱਚ ਵੀ ਤੂੰ ਹੀ ਹੈ। ਇਹ ਦੋਵੇਂ ਪ੍ਰਕਰਣ ਵੀ ਜਲ ਰੂਪ ਵੀ ਤੂੰ ਹੀ ਹੈ, ਮਾਰੂ ਥਲ ਵੀ ਤੂੰ ਹੀ ਹੈ। ਜਿੱਥੇ ਰੇਤਾ ਉੱਡਦਾ ਟਿੱਬੇ ਟਿੱਬੇ ਉਹ ਜਿਹੜਾ ਜਗਤਾ ਉਹ ਵੀ ਤੂੰ ਹੀ ਹੈ, ਉਹ ਮਾਰੂ ਥਲ ਵੀ ਤੂੰ ਹੀ ਹੈ। ਤੇ ਉਸੇ ਪ੍ਰਕਾਰ ਅਨੁਸਾਰ ਵੀ ਜਿਹੜਾ ਮਹਾਂਕਾਲ ਰੂਪ ਉਹ ਵੀ ਪਰਮੇਸ਼ਰ ਤੂੰ ਹੀ ਬਣਿਆ ਹੋਇਆ ਹੈ, ਤੈਨੇ ਬਣਾਇਆ ਹੈ। ਇਹ ਮਾਨੋ ਤੂੰ ਆਪ ਹੀ ਉਹ ਕਹਿੰਦੇ ਮਹਾਂਕਾਲ ਇਹੋ ਜਿਹੇ ਭਿਆਨਕ ਰੂਪ ਵਾਲਾ ਬਣ ਰਿਹਾ ਹੈ, ਔਰ ਸਭ ਕੁਛ ਤੋਂ ਹੀ ਹੈ। ਹੁਣ ਉਸੇ ਰੂਪ ਕੋ ਦੁਆਰਾ ਉਹ ਮਹਾਂਕਾਲ ਦਾ ਜਿਹੜਾ ਉਹ ਭਿਆਨਕ ਜਿਹਾ ਰੂਪ ਹੈ ਉਹਦੀ ਨਿਮਹਿਮਾ ਕਰਦੇ ਹੋਏ ਇਹ ਅਕਾਲ ਪੁਰਖ ਦੀ ਉਸਤੀ ਕਰ ਰਹੇ ਹਨ। ਨਵ ਨੇਵਰ ਨਾਦ ਸੁਰੰਗ ਨਿਰਮਲੰ। ਬੜਾ ਕਰੇ ਖਾਲਸਾ ਜੀ ਜਿਹੜਾ ਉਹ ਮਹਾਂਕਾਲ ਹੈ, ਉਹਦੇ ਚਰਨਾਂ ਦੇ ਵਿੱਚ ਜਿਹੜੇ ਕੋਈ ਨੇਵਰ ਜੇ ਪੌਂਟੇ ਜੇ ਝਾਂਜਰਾਂ ਜੇ ਪਾਈਆਂ ਹਨ, ਉਹਦਾ ਜਿਹੜਾ ਨਾਦ ਹੈ, ਸ਼ਬਦ ਹੈ, ਆਵਾਜ਼ ਹੈ, ਉਹ ਬੜੀ ਕਹਿੰਦੇ ਨਾ ਵੰਨ ਸਵੰਨੀ ਇਹ ਨਿਰਮਲ ਨਿਕਲੀ ਹੈ, ਸ਼ੁੱਧ ਨਿਕਲਦੀ ਹੈ। ਆ ਜਿਹੜੇ ਕੋਈ ਉਹ ਪੌਂਟੇ ਜੇ ਪਾਏ, ਝਾਂਜਰਾਂ ਜੀਆਂ ਪਾਈਆਂ, ਉਹਨਾਂ ਦੇ ਵਿੱਚੋਂ ਜਿਹੜੀ ਸ਼ਬਦ ਦੀ ਆਵਾਜ਼ ਹੈ ਉਹ ਵੰਨ ਸਵੰਨੀ ਤੇ ਨਿਰਮਲ ਸ਼ੁੱਧ ਨਿਕਲਦੀ ਹੈ। ਮੁਖ ਬਿਜਲ ਜਵਾਲ ਘਣੰ ਪਰਜੁਲੰ। ਜਿਹੜਾ ਮਹਾਂਕਾਲ ਦਾ ਮੁਖ ਹੈ ਉਹ ਇਉਂ ਸੋਭਦਾ ਹੈ, ਬਿਜਲ ਜਵਾਲ ਘਣੁ ਪ੍ਰਜੁਲੰ। ਜਿਵੇਂ ਕਹਿੰਦੇ ਬਿਜਲੀ ਉਹ ਕਣ ਬੱਦਲਾਂ ਦੇ ਵਿੱਚ ਪ੍ਰਜੁਲੋਂ ਕੀ ਲਿਸ਼ਕਦੀ ਹੋਵੇ, ਜਾਂ ਜਿਵੇਂ ਬਿਜਲ ਜਵਾਲ ਬਿਜਲੀ ਦੀ ਤੇ ਜਵਾਲ ਨੂੰ ਅਗਨੀ ਦਾ ਹੁੰਦਾ, ਜੁਲਜੁਲਤ ਅਗਨੀ ਜਿਹੜੀ ਲਾਟਾਂ ਕੱਢ ਰਹੀ ਅਗਨੀ, ਉਹਨੂੰ ਜਵਾਲ ਕਿਹਾ। ਪ੍ਰਜਵਲਤ ਅਗਨੀ ਲਟ ਲਟ ਕਰਕੇ ਬੜ ਰਹੀ ਅੱਗ। ਇਸ ਤਰ੍ਹਾਂ ਕਹਿੰਦੇ ਜਿਵੇਂ ਕਾਲੇ ਬੱਦਲਾਂ ਵਿੱਚੋਂ ਬਿਜਲੀ ਲਿਸ਼ਕਦੀ ਹੋਵੇ, ਜਾਂ ਜਿਵੇਂ ਜਿਹੜੀ ਜਵਾਲ ਹੈ ਅਗਨੀ ਪ੍ਰਜਵਲਤ ਹੋਵੇ ਤੇ ਉਹਦਾ ਪ੍ਰਜਵਲੋਂ ਕੀ ਪ੍ਰਕਾਸ਼ ਹੋਵੇ,
ਉਹ ਪ੍ਰਕਾਸ਼ ਕਰ ਰਹੀ ਹੋਵੇ, ਇਸ ਤਰ੍ਹਾਂ ਆਪ ਜੀ ਦੇ ਮੁਖ ਦੀ ਸ਼ੋਭਾ ਹੈ। ਮਦਰਾ ਕਰ ਮਤ ਮਹਾਭਵਕੰ, ਜਿਵੇਂ ਕਹਿੰਦੇ ਹਾਥੀ ਨੂੰ ਕੋਈ ਸ਼ਰਾਬ ਜੀ ਪਿਆ ਪਿਆ ਕੇ ਮਸਤ ਕੀਤਾ ਹੋਵੇ ਤੇ ਫਿਰ ਮਸਤ ਹੋਇਆ ਹੀ ਚੱਲਦਾ ਹੁੰਦਾ ਨਾ, ਝੂਲਾ ਹੋਇਆ ਚੱਲਦਾ ਹੁੰਦਾ ਹੈ। ਇਸ ਤਰ੍ਹਾਂ ਆਪ ਦੀ ਜਿਹੜੀ ਚਾਲ ਹੈ ਨਾ, ਉਹ ਮਸਤ ਹਾਥੀ ਵਰਗੀ ਹੈ। ਤੇ ਮਹਾਭਵਕ ਨੂੰ ਆਪ ਜੀ ਦਾ ਜਿਹੜਾ ਭਵਕਣਾ ਹੈ, ਆਪ ਜੀ ਨਾਲ ਜਿਹੜਾ ਕੋਈ ਭਵਕ ਮਾਰਨੀ ਉੱਚੀ ਬੋਲਣਾ ਹੈ, ਉਹ ਇਸ ਤਰ੍ਹਾਂ ਹੈ। ਬਨ ਮੈਂ ਮਨੋ ਬਾਗ ਬਚਾ ਬਬਕੰ, ਜਿਵੇਂ ਕਹਿੰਦੇ ਜੰਗਲ ਦੇ ਵਿੱਚ ਜਿਵੇਂ ਕੋਈ ਬਾਗ ਕੀ ਸ਼ੇਰ ਦਾ ਜਿਹੜਾ ਬੱਚਾ ਹੈ ਉਹ ਭੌਂਕਾ ਮਾਰਦਾ ਹੋਵੇ, ਸ਼ੇਰ ਦਾ ਬੱਚਾ ਬੋਲਦਾ ਹੋਵੇ ਨਾ, ਇਸ ਤਰ੍ਹਾਂ ਕਹਿੰਦੇ ਆਪ ਜੀ ਦਾ ਜਿਹੜਾ ਮੁਖ ਤੋਂ ਬੋਲਣਾ ਹੈ ਉਹ ਸ਼ੇਰ ਦੀ ਭਵਕ ਜੇ ਬੱਚੇ ਵਾਂਗ ਭਵਕ ਹੈ। ਉਹ ਭਵਕ ਉੱਚੀ ਆਵਾਜ਼ ਨਾਲ ਬੋਲਦੇ ਹੋ। ਭਵ ਭੂਤ ਭਵਿੱਖ ਭਵਾਨ ਭਵੰ, ਮੇਰੇ ਭਵ ਕੀ ਇਸ ਸੰਸਾਰ ਦੇ ਵਿੱਚ ਪਿਛਲੇ ਸਮੇਂ ਵਿੱਚ ਵੀ ਤੇ ਇਸੇ ਤਰ੍ਹਾਂ ਭਗਵਾਨ ਹੁਣ ਵਰਤਮਾਨ ਸਮੇਂ ਵਿੱਚ ਵੀ ਆਪ ਭਵੋਂ ਕੀ ਮਿਲ ਰਹੇ ਹੋ, ਔਰ ਤਿੰਨਾਂ ਸਮਿਆਂ ਵਿੱਚ ਹੀ ਆਪ ਮਿਲ ਰਹੇ ਹੋ। ਕਲ ਕਾਰਨ ਉਬਾਰਨ ਏਕ ਤੁਅੰ, ਤੁਸੀਂ ਮਹਾਰਾਜ ਸੁੰਦਰਤਾ ਦਾ ਕਾਰਨ ਹੈ। ਤੁਸੀਂ ਜਿਹੜਾ ਕਲ ਹੈ, ਕਲਯੁਗ ਦਾ ਕਾਰਨ ਹੈ। ਤੇ ਇਸੇ ਤਰ੍ਹਾਂ ਜਿਹੜੀ ਕਲ ਸ਼ਾਂਤੀ ਹੈ ਉਹਦੇ ਪੈਦਾ ਕਾਰਨ ਦਾ ਵੀ ਤੂੰ ਹੀ ਹੈ। ਤੇ ਕਲ ਕਾਰਨ ਉਬਾਰਨ ਏਕ ਤੂੰ ਹੀ ਇੱਕ ਜਿਹੜੀ ਕਲ ਕੀ ਅਵਿਦਿਆ ਹੈ ਉਹ ਤੋਂ ਬਚਾਉਣ ਵਾਲਾ ਤੂੰ ਹੀ ਇੱਕ ਕਾਰਨ ਹੈ। ਭਾਵੇਂ ਤੂੰ ਹੀ ਜਿਹੜੀ ਇਹ ਕਲ ਕੀ ਅਵਿਦਿਆ ਹੈ ਤੇ ਕਲ ਨੂੰ ਜੰਗ ਜੁੱਧਦਾ ਹੁੰਦਾ, ਜੰਗ ਦਾ ਕਾਰਨ ਵੀ ਤੂੰ ਹੀ ਹੈ। ਇਹ ਜੰਗਾਂ ਜੁੱਧਾਂ ਤੋਂ ਬਚਾਉਣ ਵਾਲਾ ਵੀ ਕਾਰਨ ਤੂੰ ਹੀ ਹੈ। ਸਭ ਠੌਰ ਨਿਰੰਤਰ ਨਿਤ ਨਯੰ, ਸਾਰੀਆਂ ਜਗ੍ਹਾਵਾਂ ਦੇ ਵਿੱਚ ਨਿਰੰਤਰ ਕੀ ਇੱਕ ਰਾਸ ਹਮੇਸ਼ਾ ਤੂੰ ਨਵੀਨ ਰੂਪ ਹੈ, ਨਵੇਂ ਰੂਪ ਵਿੱਚ ਹੀ ਸੁਜੋਵਤ ਹੈ। ਮ੍ਰਿਦ ਮੰਗਲ ਰੂਪ ਤੁਅੰ ਸੁਭਯੰ, ਆਪ ਜੀ ਦਾ ਬੜਾ ਮਿਰਦ ਕੋਮਲ ਸੁਭਾਅ ਹੈ। ਹਿੰਗ ਇਸੇ ਤਰ੍ਹਾਂ ਮੰਗਲ ਸਰੂਪ ਹੈ। ਰੋਮ ਸਰੂਮ ਆਪ ਜੀ ਦਾ ਜਿਹੜਾ ਸੁਭਾਅ ਬੜਾ ਕੋਮਲ ਸੋਭ ਰਿਹਾ ਹੈ। ਆਪ ਦਾ ਜਿਹੜਾ ਸਰੂਪ ਹੈ ਬੜਾ ਮੰਗਲ ਰੂਪ ਸੋ ਰਿਹਾ, ਮੰਗਲ ਰੂਪ ਸੁਭਾਅ ਤੁਹਾਡਾ, ਕੋਮਲ ਸੁਭਾਅ ਤੇ ਮੰਗਲ ਰੂਪ ਆਪ ਜੀ ਦਾ ਜਿਹੜਾ ਸਰੂਪ ਹੈ ਸੋਭ ਰਿਹਾ ਹੈ। ਦ੍ਰਿੜ ਦਾੜ ਕਰਾਲ ਦਵੈਸੇਤ ਉਦੰ, ਇਸੇ ਤਰ੍ਹਾਂ ਆਪ ਜੀ ਦੀਆਂ ਮੁਖ ਦੀਆਂ ਜਿਹੜੀਆਂ ਦਾੜ ਕੀ ਜੜ੍ਹਾਂ ਹਨ ਬੜੀਆਂ ਦ੍ਰਿੜ ਮਜ਼ਬੂਤ ਹੈ ਤੇ ਘਰਾਲ ਹੈ ਭਿਆਨਕ ਹੈ ਦੋਵੇਂ, ਤੇ ਚਿੱਟੀਆਂ ਹਨ ਜੜ੍ਹਾਂ ਤੇ ਉਦੋਂ ਕੀ ਉੱਚੀਆਂ ਵੀ ਬਹੁਤ ਹਨ। ਜਿਹ ਭਾਜਤ ਦੁਸ਼ਟ ਬਿਲੋਕ ਜੁਦੰ, ਜਿਨ੍ਹਾਂ ਭਿਆਨਕ ਜੜ੍ਹਾਂ ਨੂੰ, ਉੱਚੀਆਂ ਚਿੱਟੀਆਂ ਜੜ੍ਹਾਂ ਨੂੰ ਦੇਖ ਦੇਖਦੇ ਜਿਹੜੇ ਦੁਸ਼ਟ ਲੋਕ ਹੈ ਉਹ ਜੰਗ ਯੁੱਧ ਵਿੱਚ ਕਹਿੰਦੇ ਭੱਜ ਰਹੇ ਹਨ, ਦੌੜ ਰਹੇ ਹਨ, ਦੌੜ ਜਾਂਦੇ ਹਨ। ਮਦ ਮਤ ਕਿਰਪਾਨ ਕਰਾਲ ਧਰੰ, ਇਸ ਤਰ੍ਹਾਂ ਜਿਵੇਂ ਕਹਿੰਦੇ ਜਿਵੇਂ ਕੋਈ ਸ਼ਰਾਬੀ ਹੁੰਦੇ ਹੈ, ਸ਼ਰਾਬੀਆਂ ਵਾਂਗ ਜਿਵੇਂ ਉਹ ਕੋਈ ਉਹ ਮਸਤ ਜੇ ਹੋ ਕੇ ਝੂਲਦੇ ਚਲਦੇ, ਇਸ ਤਰ੍ਹਾਂ ਆਪ ਜੀ ਦੀ ਮਸਤ ਚਾਲ ਹੈ। ਚੱਲਣਾ ਆਪ ਜੀ ਦਾ ਮਸਤਾਂ ਵਾਂਗ ਹੈ, ਮਸਤ ਹਾਥੀਆਂ ਵਾਂਗ ਹੈ, ਨਸ਼ੇ ਵਾਲ ਕਾਨੂੰਨ ਵਾਂਗ ਹੈ। ਕਿਰਪਾਨ ਕਰਾਲ ਧਰਮ, ਆਪ ਜੀ ਨੇ ਜਿਹੜੇ ਹੱਥ ਵਿੱਚ ਕਿਰਪਾਨ ਹੈ, ਸ੍ਰੀ ਸਾਹਿਬ ਹੈ,
ਉਹ ਬੜੀ ਭਿਆਨਕੀ ਧਾਰਨ ਕੀਤੀ ਹੋਈ ਹੈ। ਦੇਖਣ ਵਾਲੇ ਨੂੰ ਡਰ ਆਉਂਦਾ ਹੈ। ਜੈ ਸਦ ਸੁਰਾ ਸੁਰਿਯੰ ਉਚਰੰ। ਜਿੰਨੇ ਦੇਵਤੇ ਜਾਂ ਦੈਤ ਹੈ ਉਹ ਆਪ ਜੀ ਨੇ ਕਹਿੰਦੇ ਜੈ ਜੈਕਾਰੀ ਉਚਾਰਨ ਕਰਦੇ ਹਨ। ਨਵ ਕਿੰਕਣ ਨੇਵਰ ਨਾਦ ਹੁਅੰ। ਇਸੇ ਤਰ੍ਹਾਂ ਜਿਹੜੀ ਕਿੰਕਣ ਕੀ ਹੈ ਤਰਾਗੀ ਹੈ ਤੇ ਨੇਵਰ ਜਿਹੜੇ ਕੋਈ ਝਾਂਜਰਾਂ ਜੀਆਂ ਪੋਟੇ ਜੇ ਹਨ ਉਹਨਾਂ ਵਿੱਚੋਂ ਜਿਹੜਾ ਨਾਦ ਕੀ ਆਵਾਜ਼ਾਂ ਹੈ ਉਹ ਨਵ ਕੀ ਵੰਨ ਸਵੰਨਾ ਜਾ ਹੁੰਦਾ ਹੈ। ਭਾਵ ਨਵੇਂ ਤੋਂ ਨਵਾਂ ਉਹਦੇ ਵਿੱਚੋਂ ਆਵਾਜ਼ਾਂ ਨਿਕਲਦਾ ਹੈ। ਚੱਲ ਚਾਲ ਸਭਾ ਚੱਲ ਕੰਪ ਭੂਅੰ। ਇਸੇ ਤਰ੍ਹਾਂ ਉਹ ਆਵਾਜ਼ੇ ਨੂੰ ਸੁਣ ਕੇ ਉਹ ਪੌਂਟਿਆਂ ਦੇ ਤੇ ਜਿਹੜਾ ਕਿੰਕਣੀ ਤਰਾਗੀ ਵਿੱਚ ਘੁੰਗਰੂ ਜੇ ਬੰਨੇ ਹੈ ਝਾਂਜਰਾਂ ਛਣਕਦੀਆਂ ਜਦੋਂ ਆਵਾਜ਼ਾਂ ਹੁੰਦਾ ਉਸ ਨੂੰ ਸੁਣ ਕੇ ਚੱਲ ਚਾਲ ਸਵਾ ਚੱਲ ਕੰਪ ਪਿਓ। ਚੱਲ ਨੋ ਪਾਰੇ ਦਾ ਹੈ, ਚਾਲ ਨੋ ਸਦਾ ਸਦਾ ਹੈ। ਪਾਰੇ ਦੇ ਵਾਂਗ ਕਹਿੰਦੇ ਸਾਰੇ ਜਿਹੜੇ ਅਚਲ ਹੈ ਕਹਿੰਦੇ ਪਹਾੜ ਹੈ ਉਹ ਕੰਬ ਉੱਠਦੇ ਹੈ ਤੇ ਭੂਮੀ ਧਰਤੀ ਵੀ ਕੰਬ ਉੱਠਦੀ ਹੈ। ਚੱਲ ਚਾਲ ਸਵਾ ਚੱਲ ਕੰਪ ਪਿਓ। ਇਸ ਤਰ੍ਹਾਂ ਸਾਰੇ ਕਹਿੰਦੇ ਉਹ ਕਹਿੰਦੇ ਚੰਚਲ ਚਾਲ ਵਾਲੇ ਹੋ ਜਾਂਦੇ ਤੇ ਧਰਤੀ ਤੇ ਪਹਾੜ ਕੰਬ ਉੱਠਦੇ ਹਨ ਸਾਰੇ ਹੀ। ਘਣ ਘੁੰਗਰ ਘੰਟਨ ਘੋਰ ਸੁਰੰ। ਘਣ ਬਹੁਤੇ ਹੀ ਜਿਹੜੇ ਘੁੰਗਰੂ ਹਨ ਉਹਨਾਂ ਦਾ ਜਿਹੜਾ ਘੰਟਣ ਕੀ ਹੈ ਛਣਕਣ ਦੀ ਸੁਰੋਂ ਕੀ ਜਿਹੜੀ ਆਵਾਜ਼ ਹੈ ਬੜੀ ਘੋਰ ਕੀ ਉੱਚੀ ਹੈ ਜਾਂ ਭਿਆਨਕ ਹੈ। ਚਰ ਚਾਰ ਚਰਾ ਚਰਿਯੰ ਹੁਹਰੰ। ਉਸ ਆਵਾਜ਼ ਨੂੰ ਸੁਣ ਕੇ ਕਹਿੰਦੇ ਚਰ ਚਾਰ ਚਰਾ ਚਰਿਯੰ ਸੁਹਰੰ। ਕਹਿੰਦੇ ਚਾਰੇ ਦਿਸ਼ਾ ਦੇ ਜਿੰਨੇ ਚਰਾ ਚਾਰਾ ਜੀਵ ਜਿਹੜੇ ਜੜ ਜੀਵ ਹੈ ਉਹ ਚੇਤਨ ਹੋ ਕੇ ਕਹਿੰਦੇ ਹੁਹਰੰ ਕਿ ਉਹ ਚੱਲ ਪੈਂਦੇ ਹਨ ਜਾਂ ਹੈਰਾਨ ਹੋ ਜਾਂਦੇ ਹਨ। ਚਾਰੇ ਦਿਸ਼ਾ ਵਿੱਚ ਚਰਾਚਰਿਓ ਕੀ ਜਿਹੜੇ ਜੜ ਨੇ ਉਹ ਚੇਤਨ ਜੀਵ ਜਿਹੜੇ ਨੇ ਚਰ ਕੀ ਚੰਚਲ ਹੁਹਰੋਂ ਕੀਏ ਹੋ ਜਾਂਦੇ ਹੈ। ਅਥਵਾ ਚਾਰ ਸੁੰਦਰ ਇਸੇ ਤਰ੍ਹਾਂ ਚਰਮ ਕੀ ਚਾਲ ਨੂੰ ਵੇਖ ਕੇ ਚਰਾਚਰ ਜਿਹੜੇ ਜੜ ਚੇਤਨ ਜੀਵ ਹੈ ਹੁਹਰੋਂ ਕੀ ਹੈਰਾਨ ਹੁੰਦੇ ਚਰਜ ਹੁੰਦੇ ਹਨ। ਚੱਲ ਚੌਦਹੁ ਚੱਕਰਨ ਚੱਕਰ ਫਿਰੰ। ਇਸੇ ਤਰ੍ਹਾਂ 14 ਚੱਕਾਂ ਦੇ ਵਿੱਚ ਆਪ ਜੀ ਦਾ ਕਹਿੰਦੇ ਜਿਹੜੇ ਚੱਕਰ ਚੱਲਦੇ ਹੈ ਸ਼ਸਤਰ ਚੱਲਦੇ ਹੈ 14 ਚੱਕਰਾਂ 14 ਲੋਕਾਂ ਵਿੱਚ। ਇਸੇ ਤਰ੍ਹਾਂ ਆਪ ਜੀ ਦਾ ਜਿਹੜਾ ਹੁਕਮ ਰੂਪੀ ਚੱਕਰ ਹੈ ਕਾਲ ਰੂਪੀ ਚੱਕਰ ਹੈ ਉਹ ਵੀ ਹਰ ਪਾਸੇ ਫਿਰੋਂ ਕੀ ਫਿਰ ਰਿਹਾ ਘੁੰਮ ਰਿਹਾ ਹੈ। ਵੱਡਵੰ ਘਟਵੰ ਹਰਿਯੰ ਸੁਭਰੰ। ਉਹ ਆਪ ਜੀ ਦਾ ਜਿਹੜਾ ਹੁਕਮ ਰੂਪੀ ਜਾਂ ਕਾਲ ਰੂਪੀ ਚੱਕਰ ਹੈ ਜਿਹੜੇ ਵਧੇ ਹੋਏ ਉਹਨਾਂ ਨੂੰ ਘਟਾ ਰਿਹਾ ਹੈ ਤੇ ਹਰਿਆਂ ਜਿਹੜੇ ਖਾਲੀ ਹਨ ਉਹਨਾਂ ਨੂੰ ਸੁਭਰੋਂ ਕੀ ਲਬਾਲਬ ਭਰੀ ਜਾ ਰਿਹਾ ਹੈ। ਜਗ ਜੀਵ ਜਿਤੇ ਜਲਯੰ ਥਲਯੰ। ਜਗ ਸੰਸਾਰ ਦੇ ਵਿੱਚ ਜਿੰਨੇ ਵੀ ਜੀਵ ਹੈ ਜਾਂ ਜਲਾਂ ਵਿੱਚ ਰਹਿੰਦੇ ਹੈ ਜਾਂ ਥਲਾਂ ਵਿੱਚ ਮਾਰੂ ਥਲਾਂ ਵਿੱਚ ਹਨ। ਅਸ ਕੋ ਜੋ ਤਵਾਏ ਸੁਅੰ ਮਲਯੰ। ਹੈ ਅਕਾਲ ਪੁਰਖ ਮਹਾਕਾਲ ਰੂਪ ਦੇ ਵਿੱਚ ਸਵਾਏ ਮਾਨ ਐਸਾ ਕੌਣ ਜੀਵ ਹੈ ਜੋ ਤਵ ਆਏ ਸਮਲਿਓ ਜੋ ਤੁਹਾਡੀ ਆਗਿਆ ਨੂੰ ਕਹਿੰਦੇ ਮਲਿਓ ਕੀ ਮੋੜ ਦੇਵੇ ਤੁਹਾਡੀ ਆਗਿਆ ਨੂੰ ਨਾ ਮੰਨੇ। ਘਟ ਭਾਦਵ ਮਾਸ ਕੀ ਜਾਣ ਸੁਭੰ। ਇਸ ਤਰ੍ਹਾਂ ਜਿਵੇਂ ਭਾਦਰੋਂ ਦੇ ਮਹੀਨੇ ਦੀਆਂ ਕਾਲੀਆਂ ਘਟਾਂ ਉਹ
ਸੋਭਦੀਆਂ ਜਾਣੀ ਦੀਆਂ ਹਨ। ਤਨ ਸਾਵਰ ਰਾਵਰ ਅੰਗ ਹੁਲਸੰ। ਇਸੇ ਤਰ੍ਹਾਂ ਆਪ ਦਾ ਜਿਹੜਾ ਸਰੀਰ ਹੈ ਸਾਵਲਾ ਹੈ, ਉਹਨੂੰ ਦੇਖ ਦੇਖ ਕੇ ਸਾਰੇ ਜਿਹੜੇ ਸਰੀਰ ਹੈ ਹੁਰਸੋਂ ਕੇ ਖੁਸ਼ ਹੁੰਦੇ ਹਨ, ਅਚਰਜ ਹੁੰਦੇ ਹਨ। ਰਦ ਪੰਗਤ ਪੰਗਤ ਦਾਮਨੀਅੰ ਦਮਕੰ। ਹਾਂ, ਜਿਹੜੇ ਦੰਦਾਂ ਦੀ ਪੰਗਤੀ ਹੈ, ਉਹ ਕਹਿੰਦੇ ਮੁਖ ਦੇ ਵਿੱਚ ਜਿਵੇਂ ਬਿਜਲੀ ਦਮਕਦੀ ਹੁੰਦੀ ਹੈ, ਉਹ ਦੰਦਾਂ ਦੀ ਪੰਗਤੀ ਦਮਕਾ ਮਾਰਦੀ ਹੈ। ਘਨ ਘੁੰਗਰ ਘੰਟ ਸੁਰੰਗ ਘਮਕੰ। ਇਸੇ ਤਰ੍ਹਾਂ ਜਿਹੜੇ ਕੋਈ ਘੰਟੇ ਹਨ ਤੇ ਘੁੰਗਰੂ ਹਨ, ਉਹਨਾਂ ਦੀ ਜਿਹੜੀ ਸੁਰੋਂਕੀ ਜਿਹੜੀ ਆਵਾਜ਼ ਹੈ, ਉਹਦੀ ਗੱਜਣਾ ਹੋ ਰਿਹਾ ਹੈ। ਬੱਦਲ ਕਾਲੇ ਬੱਦਲਾਂ ਵਾਂ ਘੁੰਗਰੂਆਂ ਦੀ ਤੇ ਘੰਟਿਆਂ ਦੀ ਜਿਹੜੀ ਆਵਾਜ਼ ਹੈ, ਉਹਦਾ ਕਾਲੇ ਬੱਦਲਾਂ ਵਾਂਗੂ ਕਹਿੰਦੇ ਘਮਕੂ ਕੀ ਗੱਜਣਾ ਹੋ ਰਿਹਾ ਹੈ। ਭੁਜੰਗ ਪ੍ਰਿਆਤ ਛੰਦ ਘਟਾ ਸਾਵਨੰ ਜਾਨ ਸਿਆਮੰ ਸੁਹਾਇੰ। ਹਾਂ, ਜਿਵੇਂ ਸਾਉਣ ਦੇ ਮਹੀਨੇ ਦੀਆਂ ਕਾਲੀਆਂ ਘਟਾਂ ਬੜੀਆਂ ਕਹਿੰਦੇ ਸਿਉਂਦੀਆਂ ਹਨ, ਇਸ ਤਰ੍ਹਾਂ ਆਪ ਜੀ ਦਾ ਜਿਹੜਾ ਸ਼ਿਆਮ ਸਰੂਪ ਹੈ, ਉਹ ਸੋ ਰਿਹਾ, ਸਾਂਵਲਾ ਸਰੂਪ ਸਰੀਰ ਰਿਹਾ ਹੈ। ਮਣੀ ਨੀਲ ਨਗਿਅੰ ਲਖੰ ਸੀਸ ਨਿਆਇੰ। ਜਾਂ ਜਿਵੇਂ ਕਿ ਨੀਲੀਆਂ ਮਣੀਆਂ ਵਾਲਾ ਪਹਾੜ ਹੋਵੇ, ਉਹਦੇ ਵਾਂਗ ਕਹਿੰਦੇ ਜਾਣਿਆ ਜਾਂਦਾ ਹੈ। ਉਹ ਵੀ ਨੀਲੀਆਂ ਮਣੀਆਂ ਅਤੇ ਨੀਲੇ ਰੰਗ ਦਾ ਜਿਹੜਾ ਪਹਾੜ ਹੈ, ਉਹ ਆਪ ਜੀ ਦਾ ਸਿਆਮ ਸਰੂਪ ਦੇਖ ਕੇ ਤੇ ਸੀਸ ਨਿਆਉਂ ਕਹਿੰਦੇ ਸਿਰ ਨਿਵਾਉਂਦਾ, ਸਿਰ ਨੀਵਾਂ ਕਰ ਰਿਹਾ ਹੈ। ਮਹਾ ਸੁੰਦਰ ਸਿਆਮੰ ਮਹਾ ਅਬਿਰਾਮੰ। ਆ ਮਹਾਨ ਸੁੰਦਰ ਸਿਆਮ ਸਰੂਪ ਵਾਲੇ ਤੇ ਬੜੇ ਮਨ ਨੂੰ ਅਬਰਾਮੂ ਕੀਏ ਭਾਉਣ ਵਾਲੇ ਹੋ। ਮਹਾ ਰੂਪ ਰੂਪੰ ਮਹਾ ਕਾਮ ਕਾਮੰ। ਰੂਪ ਦੇ ਵੀ ਆ ਮਹਾ ਰੂਪ ਹੋ ਤੇ ਕਾਮ ਦੇ ਵਿੱਚ ਵੀ ਆ ਮਹਾ ਕਾਮ ਰੂਪ ਹੋ। ਫਿਰੈ ਚੱਕਰ ਚੌਦਹੂ ਪੁਰੀਅੰ ਮਧ ਆਣੰ। ਆਪ ਜੀ ਦਾ ਜਿਹੜਾ ਕਹਿੰਦੇ ਉਹ 14 ਪੁਰੀਆਂ ਦੇ ਵਿੱਚ 14 ਲੋਕਾਂ ਦੇ ਵਿੱਚ ਹੀ ਚੱਕਰ ਫਿਰ ਰਿਹਾ ਹੈ। ਹੁਕਮ ਰੂਪੀ ਚੱਕਰ ਫਿਰ ਰਿਹਾ ਹੈ, ਘੁੰਮ ਰਿਹਾ ਹੈ। ਕਾਲ ਰੂਪੀ ਚੱਕਰ ਵੀ ਘੁੰਮ ਰਿਹਾ ਹੈ, ਫਿਰ ਰਿਹਾ ਹੈ। ਇਸੋ ਕੌਣ ਬੀਅੰ ਫਿਰੈ ਆਇ ਸਾਣੰ। ਐਸਾ ਕੌਣ ਬੀਓ ਕਿ ਦੂਸਰਾ ਹੈ, ਜੋ ਆਪ ਜੀ ਦੀ ਆਗਿਆ ਨੂੰ ਫਿਰਾ ਕੀਏ ਮੋੜ ਦੇਵੇ। ਕਹੋ ਕੁੰਟ ਕੌਨੈ ਬਿਖੈ ਭਾਜ ਬਾਚੈ। ਸੋ ਖਾਂ ਕਹਿੰਦੇ ਕੁੰਟ ਕੀ ਕਿਹੜੀ ਦਿਸ਼ਾ ਦੇ ਵਿੱਚ ਕੋਈ ਭੱਜ ਕੇ ਬਚ ਸਕਦਾ ਹੈ। ਸਭੰ ਸੀਸ ਕੇ ਸੰਗ ਸ੍ਰੀ ਕਾਲ ਨਾਚੈ। ਸਾਰਿਆਂ ਦੇ ਸਿਰਾਂ ਦੇ ਨਾਲ ਉਸ ਸੁਭਾਏਮਾਨ ਜਿਹੜਾ ਮਹਾਕਾਲ ਹੈ, ਉਹ ਨੱਚ ਰਿਹਾ ਹੈ। ਕਰੇ ਕੋਟ ਕੋਊ ਧਰੇ ਕੋਟ ਓਟੰ। ਭਾਵੇਂ ਕਹਿੰਦੇ ਕੋਈ ਕਿਲੇ ਤਿਆਰ ਕਰ ਲਵੇ, ਕਿਲੇ ਬਣਾ ਲਵੇ ਤੇ ਧਰੇ ਕੋਟ ਓਟੰ, ਇਸੇ ਤਰ੍ਹਾਂ ਕਿਲਿਆਂ ਦਾ ਓਟ ਵੀ ਧਰ ਲਵੇ, ਰੱਖ ਲਵੇ, ਕਿਲਿਆਂ ਦਾ ਸਹਾਰਾ ਜਾ ਵੀ ਲੈ ਲੈ, ਆਸਰਾ ਲੈ ਲਵੇ। ਬਚੇ ਕੋ ਨ ਕਿਉਹੂ ਕਰੈ ਕਾਲ ਚੋਟੰ। ਜਿਹੜਾ ਕਾਲ ਹੈ ਜਦੋਂ ਚੋਟ ਕਰੇਗਾ, ਕਿਵੇਂ ਵੀ ਉਹਦੀ ਚੋਟ ਤੋਂ ਕੋਈ ਬਚ ਨਹੀਂ ਸਕੇਗਾ। ਲਿਖੰ ਜੰਤਰ ਕੇਤੇ ਪੜੰ ਮੰਤਰ ਕੋਟੰ। ਇਸੇ ਤਰ੍ਹਾਂ ਕਹਿੰਦੇ ਭਾਵੇਂ ਕਿਤਨੇ ਜੰਤਰ ਜੇ ਵੀ ਤਾਗੇ ਲਿਖ ਲਵੇ ਜਾਂ ਲਿਖਣ ਵਾਲਾ ਹੋਵੇ ਤੇ ਕਰੋੜਾਂ ਮੰਤਰ ਪੜ੍ਹ ਲਵੇ ਜਾਂ ਪੜ੍ਹਨ ਵਾਲਾ ਹੋਵੇ, ਕਰੋੜਾਂ ਮੰਤਰਾਂ ਨੂੰ ਬਿਨਾ ਸਰਨ ਤਾਂ ਕੀ ਨਹੀਂ ਔਰ ਓਟੰ। ਗੁਰੂ ਮਹਾਰਾਜ ਕਹਿੰਦੇ ਖਾਲਸਾ ਜੀ ਵਾਹਿਗੁਰੂ ਦੀ ਸ਼ਰਨ ਤੋਂ ਬਗੈਰ ਕਹਿੰਦੇ ਜਿਹੜਾ ਉਹ ਕੋਈ
ओट नहीं है, कोई ओट बचा नहीं सकती है। लिखं जंत्र थाके पढ़ं मंत्र हारे। ਜਿਹੜੇ ਜੰਤਰਾਂ ਨੂੰ ਮੰਤਰ ਤਸਵੀਤਾਂ ਨੂੰ ਲਿਖਣ ਵਾਲੇ ਸੀ ਉਹ ਲਿਖ ਲਿਖ ਕੇ ਥੱਕ ਗਏ। ਇਸੇ ਤਰ੍ਹਾਂ ਜਿਹੜੇ ਮੰਤਰਾਂ ਨੂੰ ਪੜ੍ਹਨ ਵਾਲੇ ਸੀ ਉਹ ਮੰਤਰ ਪੜ੍ਹ ਪੜ੍ਹ ਕੇ ਹਾਰ ਹੰਬ ਗਏ। ਕਰੇ ਕਾਲ ਤੇ ਅੰਤ ਲੈ ਕੇ ਵਿਚਾਰੇ। ਕਹਿੰਦੇ ਇਸੇ ਤਰ੍ਹਾਂ ਜਨਮ ਕਾਲ ਤੋਂ ਲੈ ਕੇ ਅੰਤ ਤੱਕ ਸਾਰਿਆਂ ਨੂੰ ਕਹਿੰਦੇ ਉਹਨੇ ਵਿਚਾਰਾ ਕਰ ਦਿੱਤਾ, ਦੀਨ ਕਰ ਦਿੱਤਾ ਉਸ ਹੁਕਮ ਰੂਪੀ ਕਾਲ ਰੂਪੀ ਚੱਕਰ ਨੇ। ਕਿਤੇ ਉਹ ਤੰਤਰ ਸਾਧੇ ਸੋ ਜਨਮੰ ਬਿਤਾਇਓ। ਕਿੰਨਿਆਂ ਨੇ ਕਹਿੰਦੇ ਤੰਤਰਾਂ ਨੂੰ ਸਾਧਿਆ, ਤਿੰਨ ਚੀਜ਼ਾਂ ਜਿਹੀਆਂ ਇਕੱਠੀਆਂ ਕਰਕੇ ਉਹਦੀ ਸਾਧਨਾ ਕੀਤੀ ਤੇ ਇੱਕ ਜਨਮ ਹੀ ਕਹਿੰਦੇ ਬਤੀਤ ਕਰ ਦਿੱਤੇ। ਕਿਤੇ ਉਹ ਤੰਤਰ ਸਾਧੇ ਜਨਮੋਂ ਬਿਤਾਇਓ। ਇੱਥੇ ਵੇਖਰ ਜਾ ਹੋਰ ਵੀ ਹੈਗਾ ਕਿ ਨਹੀਂ? ਕਿਤੇ ਉਹ ਤੰਤਰ ਸਾਧੇ ਸੋ ਜਨਮੰ ਬਿਤਾਇਓ। ਇੱਥੇ ਸੋ ਢਾਇਆ ਹੋਇਆ ਮੇਰੇ ਕੋਲੇ। ਹਾਂ, ਇਹਨਾਂ ਵਿੱਚ ਹੀ ਜਨਮ ਬਤੀਤ ਕਰ ਦਿੱਤਾ, ਤੰਤਰ ਸਾਧਿਆ ਹੋਇਆ। ਭਏ ਫੋਕਟੰ ਕਾਜ ਏਕੈ ਨ ਆਇਓ। ਕਹਿੰਦੇ ਸਭ ਨਿਸ਼ਫਲ ਹੋ ਗਏ ਆ ਉਹ ਜਿਹੜੇ ਤੰਤਰ ਜੇ ਸਾਧੇ ਹੈ, ਟੂਣੇ ਟਾਣੇ ਜੇ ਸਾਧਨਾ ਕਰਕੇ ਸਿੱਧ ਕੀਤੇ ਹੈ, ਉਹ ਕਿਸੇ ਕੰਮ ਨਹੀਂ ਆਏ ਹਨ। ਕਿਤੇ ਨਾਸ ਮੂੰਦੈ ਭਏ ਬ੍ਰਹਮਚਾਰੀ। ਇਸੇ ਤਰ੍ਹਾਂ ਉਂਗਲਾਂ ਜੀਆਂ ਦੇ ਕੇ ਆਪਣੇ ਨੱਕ ਬੰਦ ਕਰ ਲੈਂਦੇ ਹੈ ਤੇ ਕਈ ਇਸ ਤਰ੍ਹਾਂ ਕਹਿੰਦੇ ਉਹ ਬਿੰਦ ਜਾ ਰੱਖ ਕੇ ਬ੍ਰਹਮਚਾਰੀ ਰੱਖ ਕੇ ਬ੍ਰਹਮਚਾਰੀ ਹੋ ਗਏ। ਕਿਤੇ ਕੰਠ ਕੰਠੀ ਜਟਾ ਸੀਸ ਧਾਰੀ। ਕਿਤਨਿਆਂ ਨੇ ਗਲ ਦੇ ਵਿੱਚ ਕੰਠੀ ਜੀ ਪਾ ਲਈ ਹੈ। ਇਸੇ ਤਰ੍ਹਾਂ ਕਈਆਂ ਨੇ ਆਪਣੇ ਸਿਰਾਂ ਤੇ ਜਟਾਂ ਜੀਆਂ ਧਾਰਨ ਕਈ ਜਟਾਂ ਵਧਾ ਲਈਆਂ ਹਨ। ਕਿਤੇ ਚੀਰ ਕਾਨੰ ਜੁਗੀਸੰ ਕਹਾਇੰ। ਕਈਆਂ ਨੇ ਕੰਨ ਜੇ ਪਾੜ ਕੇ ਉਹਦੇ ਵਿੱਚ ਮੁੰਦਰਾਂ ਜੀਆਂ ਪਾ ਲਈਆਂ ਤੇ ਆਪਣੇ ਆਪ ਨੂੰ ਯੋਗੀਆਂ ਦਾ ਮਾਲਕ ਮੁਖੀ ਕਹਾਇਆ ਹੈ। ਸਭੇ ਫੋਕਟੰ ਧਰਮ ਕਾਮੰ ਨ ਆਏ। ਮਹਾਰਾਜ ਕਹਿੰਦੇ ਜਿੰਨੇ ਧਰਮ ਹੈ ਸਾਰੇ ਫੋਕਟ ਕੇ ਨਿਸ਼ਫਲ ਹੈ। ਆਂਦੇ ਸਮੇਂ ਕੋਈ ਹੈ ਜਿਹੜਾ ਨਿਸ਼ਫਲ ਧਰਮ ਹੈ, ਕੰਮ ਨਹੀਂ ਆਉਂਦਾ, ਕੋਈ ਸਹਾਇਤਾ ਨਹੀਂ ਪਾਉਂਦਾ, ਕੰਨ ਪਾੜੇ ਕੋਈ ਸਹਾਇਤਾ ਨਹੀਂ ਕਰਦੇ। ਅੰਤ ਸਮੇਂ ਮਦ ਕੀਬ ਕੀਟ ਬੰਗ ਰਾਛਸੇ ਸੇ ਬਲੀਅੰ। ਹੋਰ ਤਾਂ ਹੋਰ ਕੀ ਹੈ ਕਹਿੰਦੇ ਜਿਹੜੇ ਰਾਖਸ਼ਾਂ ਦੇ ਦੈਂਤਾਂ ਦੇ ਮਾਲਕ ਮਦਸੇ ਕੀਟ ਵਸਾਨ ਬੜੇ ਬਲੀ। ਸਮੈ ਆਪਣੀ ਕਾਲ ਤੇਉ ਦਲੀਅੰ। ਸਮੇਂ ਅਨੁਸਾਰ ਆਪੋ ਆਪਣੀ ਜਿਹੜੀ ਬਾਰੀ ਨੇ ਕਹਿੰਦੇ ਕਾਲ ਨੂੰ ਉਹਨਾਂ ਨੇ ਦਲ ਦਿੱਤਾ ਹੈ। ਕਾਲ ਨੇ ਉਹਨਾਂ ਨੂੰ ਮਾਰ ਦਿੱਤਾ ਜਦੋਂ ਉਹਨਾਂ ਦੀ ਬਾਰੀ ਆ ਗਈ। ਸਮੇਂ ਅਨੁਸਾਰ ਭਏ ਸੁੰਭ ਨੈ ਸੁੰਭ ਸਰੋਣੰਤ ਬੀਜੰ। ਇਸੇ ਤਰ੍ਹਾਂ ਇਹ ਦੁਨੀਆ ਵਿੱਚ ਸੁੰਭ ਤੇ ਨਿਸੁੰਭ ਬੜੇ ਦੋ ਭਰਾ ਹੋਏ ਹੈ। ਉਹਨਾਂ ਦਾ ਜਿਹੜਾ ਕੋਈ ਮਹਾਨ ਮੁਖੀ ਕਮਾਂਡਰ ਸੀ, ਮੁਖੀ ਦੈਨ ਸੀ, ਉਹ ਰਖਤ ਵੀ ਇਸ ਤਰ੍ਹਾਂ ਕਹਿੰਦੇ ਰਖਤ ਦੈਂਤ ਹੋਇਆ ਜਿਹਦੇ ਰਸਤੋਂ ਹੀ ਅੱਗੇ ਪੈਦਾ ਹੋ ਜਾਂਦੇ ਸੀ ਦੈਂਤ। ਤੇਉ ਕਾਲ ਕੀਨੇ ਪੁਰਜੇ ਪੁਰਜੰ। ਕਹਿੰਦੇ ਉਹਨਾਂ ਦੇ ਤਾਈ ਵੀ ਜਿਹੜਾ ਕਾਲ ਹੈ ਉਹਨੇ ਪੁਰਜੇ ਪੁਰਜੇ ਕਰ ਦਿੱਤਾ, ਟੁਕੜੇ ਟੁਕੜੇ ਕਰ ਦਿੱਤਾ। ਸਮਨ ਸਮ ਤੇ ਰਖਤ ਬੀਜ ਵਰਗਿਆਂ ਨੂੰ ਵੀ। ਬਲੀ ਪ੍ਰਿਥਿਯੰ ਮਾਨ ਧਾਤਾ ਮਹੀਪੰ। ਇਸੇ ਤਰ੍ਹਾਂ ਖਾਲਸਾ ਜੀ ਜਿਹੜਾ ਬਲੀ ਪਿਰਥੂ ਰਾਜਾ ਸੀ, ਜਿਹਨੇ ਆਪਣੇ ਧਨਕ ਦੇ ਚਿੱਲੇ ਦੇ ਨਾਲ ਜਿੰਨੇ ਆ ਪਹਾੜ ਚੁੱਕ ਚੁੱਕ ਕੇ ਇੱਕ ਜਗ੍ਹਾ ਇਕੱਠੇ ਢੇਰ ਲਾ ਦਿੱਤੇ। ਇਸ ਤਰ੍ਹਾਂ ਪੁਰਾਣਾਂ ਦੇ ਵਿੱਚ ਪ੍ਰਸੰਗ ਆਇਆ ਹੈ ਵੀ ਜਿੰਨੇ ਆ ਪਹਾੜ ਪੂਰਾ ਕਹਿੰਦੇ ਪਹਿਲਾਂ ਜਿਵੇਂ ਆ ਪੰਛੀ ਹੁੰਦੇ ਸੀ ਨਾ, ਇਸ ਤਰ੍ਹਾਂ ਇਹਨਾਂ ਦੇ ਖੰਭ ਲੱਗੇ ਹੁੰਦੇ ਸੀ। ਤੇ ਫਿਰ ਕਹਿੰਦੇ ਜਿੱਥੇ ਹਰੀ ਭਰੀ ਖੇਤੀ ਹੁੰਦੀ ਸੀ ਉੱਥੇ ਜਾ ਕੇ ਜਿਹੜੇ ਪਹਾੜ ਹੈ ਉਹ ਖੇਤੀ ਖਤਮ ਕਰ ਦਿੰਦੇ, ਨੁਕਸਾਨ ਕਰ ਦਿੰਦੇ ਸੀ।
ਫਿਰ ਜਿਹੜਾ ਇੰਦਰ ਹੈ ਉਹਨੇ ਕਹਿੰਦੇ ਖੇਤੀ ਦਾ ਨੁਕਸਾਨ ਦੇਖ ਕੇ ਧਾਤੂਆਂ ਦਾ ਜਿਹੜਾ ਵਜਰ ਸ਼ਾਸਤਰ ਲੈ ਕੇ ਸਾਰਿਆਂ ਦੇ ਕਹਿੰਦੇ ਖੰਭ ਤੋੜ ਦਿੱਤੇ ਸੀ। ਉਹ ਖੰਭ ਤੋੜਨ ਕੋਈ ਕਿਤੇ ਪਹਾੜ ਪਿਆ ਸੀ, ਕੋਈ ਕਿਤੇ ਪਹਾੜ ਪਿਆ ਸੀ। ਇਸ ਤਰ੍ਹਾਂ ਸਾਰੀ ਧਰਤੀ ਪਹਾੜਾਂ ਨਾਲ ਭਰੀ ਹੋਈ ਦੇਖ ਕੇ ਫਿਰ ਪਿਰਥੂ ਰਾਜੇ ਨੇ ਉਦਮ ਕੀਤਾ। ਕਹਿੰਦੇ ਧਨਕ ਦੇ ਚਿੱਲੇ ਨਾਲ ਚੁੱਕ ਚੁੱਕ ਜਿੰਨੇ ਪਹਾੜ ਹੈ ਉਹ ਇੱਕ ਜਗ੍ਹਾ ਇਕੱਠੇ ਕਰਕੇ ਢੇਰ ਲਾ ਦਿੱਤਾ ਸੀ। ਬੇੜਾ ਪਿਰਥੂ ਰਾਜਾ ਬੜੀ ਹੋਇਆ ਜਿਹਨੇ ਆ ਪਹਾੜ ਚੁੱਕ ਕੇ ਇੱਕ ਥਾਂ ਢੇਰ ਲਾ ਤੇ ਕਿਤੇ ਤਾਂ ਮਾਨ ਧਾਤਾ ਮੀਤਮ, ਜਿਹੜਾ ਮਾਨ ਧਾਤਾ ਰਾਜਾ ਹੈ ਉਹ ਬੜਾ ਭਾਰੀ ਹੋਇਆ ਹੈ। ਜਿਨੈ ਰਥ ਚੱਕਰੰ ਕੀਏ ਸਾਤ ਦੀਪੰ, ਇਸ ਨੇ ਕਹਿੰਦੇ ਇਸੇ ਤਰ੍ਹਾਂ ਆਪਣੇ ਰਥ ਦੇ ਪਹੀਏ ਦੇ ਨਾਲ ਉਹ 7 ਦੀਪ ਬਣਾ ਲਿੱਤੇ। ਉਹ ਪ੍ਰੇਵਰਤ ਰਾਜਾ ਹੋਇਆ ਹੈ। ਭੁਜੰ ਭੀਮ ਭਰਥੰ, ਭੁਜੰ ਭੀਮ ਭਰਥੰ ਜਗੰ ਜੀਤ ਡੰਡਿਅੰ, ਇਸੇ ਤਰ੍ਹਾਂ ਬੜੀਆਂ ਮਜ਼ਬੂਤ ਬਾਹਾਂ ਵਾਲਾ ਭੀਮ ਸੈਨ ਹੋਇਆ ਹੈ, ਕੁੰਤੀ ਦਾ ਪੁੱਤਰ। ਇਹ ਪੌਣ ਦੇਵਤੇ ਤੋਂ ਪੈਦਾ ਹੋਣ ਵਾਲਾ। ਇਸੇ ਤਰ੍ਹਾਂ ਰਾਮ ਦਾ ਜਿਹੜਾ ਛੋਟਾ ਭਰਾ ਹੈ ਭਰਤ, ਜੋ ਕਕਈ ਦੇ ਪੇਟੋਂ ਪੈਦਾ ਹੋਇਆ ਸੀ, ਜਿਨ੍ਹਾਂ ਨੇ ਕਹਿੰਦੇ ਉਹ ਸੰਸਾਰ ਦੇ ਜੀਵਾਂ ਨੂੰ ਜਿੱਤ ਲਿਆ ਤੇ ਦੰਡ ਦਿੱਤਾ ਸੀ। ਤਿਨੈ ਅੰਤ ਕੇ ਅੰਤ ਕੋ ਕਾਲ ਖੰਡਿਅੰ, ਕਹਿੰਦੇ ਉਹਨਾਂ ਨਾਲ ਵੀ ਅੰਤ ਦੇ ਸਮੇਂ ਜਿਹੜਾ ਅੰਤ ਕਰਨ ਵਾਲਾ ਹੈ ਉਹ ਧਰਮਰਾਜ, ਉਹਦੇ ਧਰਮਰਾਜ ਦੇ ਕਾਲ ਨੇ ਜਮਦੂਤਾਂ ਨੂੰ, ਜਮਦੂਤਾਂ ਨੇ ਉਹਨੂੰ ਟੁੱਟੇ ਟੁੱਟੇ ਕਰ ਦਿੱਤਾ। ਆਵੇ ਭਰਤ ਵਰਗਿਆਂ ਨੂੰ, ਭੀਮ ਸੈਨ ਵਰਗਿਆਂ ਨੂੰ, ਪ੍ਰੈਵਰਤ ਜਿਹੜੇ ਰਾਜਾ ਜਿਹੜੇ ਜਿਨ੍ਹਾਂ ਦੇ ਰਸ ਦੇ ਪਹੀਆਂ ਦੇ ਨਾਲ ਹੀ 7 ਸਮੁੰਦਰ ਬਣ ਗਏ, ਮਾਨ ਧੱਤੇ ਵਰਗੇ, ਪਿਰਥੂ ਰਾਜੇ ਵਰਗਿਆਂ ਨੂੰ ਅੰਤ ਦੇ ਸਮੇਂ ਸਾਰਿਆਂ ਨੂੰ ਕਹਿੰਦੇ ਉਹਨੇ ਜੂਤਾਂ ਨੇ ਟੋਟੇ ਟੋਟੇ ਕਰਤਾ, ਮਾਰ ਮੁਕਾਇਆ ਹੈ। ਜਿਨੈ ਦੀਪ ਦੀਪੰ ਦੁਹਾਈ ਫਿਰਾਈ, ਜਿਨ੍ਹਾਂ ਨੇ ਆਪਣੇ ਕਹਿੰਦੇ ਦੀਪਾਂ ਦੀਪਾਂ ਵਿੱਚ ਆਗਿਆ ਰੂਪੀ ਦੁਹਾਈ ਫੇਰੀ ਹੋਈ ਸੀ, ਸਭ ਆਗਿਆ ਵਿੱਚ ਚੱਲਦੇ ਸਨ। ਭੁਜਾ ਦੰਡ ਦੈ ਛੋਣ ਛਤਰੰ ਛਿਨਾਈ, ਆਪਣਾ ਬਾਹਾਂ ਰੂਪ ਡੰਡਿਆਂ ਨਾਲ ਸੋਟਿਆਂ ਨਾਲ ਸਾਰੀ ਜਿਹੜੀ ਧਰਤੀ ਉਹ ਵੀ ਖੋਹ ਲਈ ਸੀ। ਇਸੇ ਤਰ੍ਹਾਂ ਛਤਰ ਵੀ ਖੋਹ ਲਏ ਸਨ। ਕਰੇ ਜਗ ਕੋਟੰ ਜਸੰ ਅਨੇਕ ਲੀਤੇ, ਜਿਨ੍ਹਾਂ ਨੇ ਕਹਿੰਦੇ ਕਰੋੜਾਂ ਜਗ ਕੀਤੇ ਸੀ, ਅਨੇਕਾਂ ਤਰ੍ਹਾਂ ਕਰਕੇ ਜਸ ਲਿਆ ਸੀ। ਵਹ ਵੀਰ ਬੰਕੇ ਬਲੀ ਕਾਲ ਜੀਤੇ, ਕਹਿੰਦੇ ਉਹ ਜਿਹੜੇ ਬਾਂਕੇ ਸੂਰਬੀਰ ਹੈ ਪਰਸ਼ੁਰਾਮ ਵਰਗੇ, ਉਹ ਕਾਲ ਨੇ ਜਿੱਤ ਲਏ, ਕਾਲ ਨੇ ਮਾਰ ਲਏ ਪਰਸ਼ੁਰਾਮ ਵਰਗੇ ਵੀ। ਕਈ ਕੋਟ ਲੀਨੇ ਜਿਨ੍ਹਾਂ ਦੁਰਗ ਢਾਹੇ, ਕਈ ਕਰੋੜਾਂ ਜਿਨ੍ਹਾਂ ਨੇ ਫਤਿਹ ਕਰ ਲਏ ਸੀ ਕਿਲੇ, ਤੇ ਕਈ ਕੋਟ ਲੀਨੇ, ਕਈ ਕੋਟ ਕਿਲੇ ਫਤਿਹ ਕਰ ਲਏ ਸੀ। ਫਿਰ ਫਤਿਹ ਕਰਕੇ ਜਿਨ੍ਹਾਂ ਨੇ ਕਿਲਿਆਂ ਨੂੰ ਢਾਹ ਵੀ ਦਿੱਤਾ ਸੀ। ਕਿਤੇ ਸੂਰਬੀਰਾਨ ਕੇ ਸੈਨ ਗਾਹੇ, ਕਿਤੇ ਸੂਰਬੀਰਾਂ ਦੀਆਂ ਫੌਜਾਂ ਨੂੰ ਜਿਨ੍ਹਾਂ ਨੇ ਗਾਹੇ ਕੀਏ ਦਲ ਸੁੱਟਿਆ ਸੀ। ਕਈ ਜੰਗ ਕੀਨੇ ਸੋ ਸਾਕੇ ਪਵਾਰੇ, ਕਈਆਂ ਨੇ ਕਹਿੰਦੇ ਜੰਗ ਜੁੱਧ ਕੀਤੇ, ਇਸੇ ਤਰ੍ਹਾਂ ਸਾਕੇ ਤੇ ਪੁਆੜੇ ਕੀਤੇ। ਜਿਹੜਾ ਕੋਈ ਧਰਮ ਦੇ ਅਰਥ ਆਪਣੀ ਕੁਰਬਾਨੀ ਦੇਣੀ ਹੈ ਉਹਨੂੰ ਸਾਕਾ ਕਹਿੰਦੇ ਹਨ। ਇਸੇ ਤਰ੍ਹਾਂ ਜਿਹੜਾ ਕੋਈ ਮੁੱਲੋ ਮੁਗਲੀ ਝਗੜਾ ਜਾਂ ਗਲ ਆ ਪਵੇ, ਜੋ ਜਿਹੜੀ ਗੱਲ ਕਰਨ ਦੀ ਕੋਈ ਇੱਛਾ ਨਾ ਹੋਵੇ ਤੇ ਨਾ ਕਰਨੀ ਹੀ ਹੋਵੇ, ਕਿਤੇ ਪੂਰੀ ਹੋਵੇ, ਉਹ ਗੱਲ ਕਰਨੀ ਜੀ ਪੈ ਜਾਵੇ, ਉਹ ਜਿਹੜਾ ਕਰਮ ਹੈ ਉਹਨੂੰ ਪੁਆੜਾ ਕਿਹਾ ਜਾਂਦਾ ਹੈ। ਇਸ ਤਰ੍ਹਾਂ ਕਹਿੰਦੇ ਵੀ ਜਿਹੜਾ ਰਗੜਾ ਝਗੜਾ ਜਾਂ ਮੱਲੋ ਮੱਲੀ ਗੜ ਪਵੇ ਤੇ ਫਿਰ ਕਰਨਾ ਪੈ ਜਾਏ, ਫਿਰ ਉਹ ਕਹਿੰਦੇ ਉਹ ਕੀ ਤੂੰ ਪੁਆੜਾ ਪਾਤਾ, ਵਿੱਚ ਵਿਚਾਲੇ ਆ ਸਭ ਕੁਝ ਚੰਗੇ ਭਲੇ ਬੈਠੇ ਸੀ,
ਉਹ ਕਹਿੰਦਾ ਵੀ ਕੀ ਕਰਾਂ, ਮੱਲੋ ਮੱਲੀ ਮੈਂ ਕਰਨਾ ਤਾਂ ਚਾਹੁੰਦਾ ਨਹੀਂ ਸੀ, ਪਰ ਇਹ ਕਰਨੀ ਜੀ ਕਹਿ ਗਈ, ਬਦੋ ਬਦੀ ਗੱਲ ਇਹ ਪੁਆੜਾ ਪੈ ਹੀ ਗਿਆ ਹੈ। ਇਸ ਤਰ੍ਹਾਂ ਕਹਿੰਦੇ ਜਿਨ੍ਹਾਂ ਨੇ ਇਹ ਪੁਆੜੇ ਪਾਏ ਸੀ ਜਾਂ ਧਰਮਸਰ ਕੁਰਬਾਨੀਆਂ ਕੀਤੀਆਂ ਸੀ, ਜੰਗ ਕੀਤੇ ਸਨ, ਵਹ ਦੀਨ ਦੇਖੇ ਗਿਰੇ ਕਾਲ ਮਾਰੇ। ਕਹਿੰਦੇ ਕਾਲ ਦੇ ਮਾਰੇ ਡਿੱਗੇ ਹੋਇਆਂ ਨੂੰ, ਉਹਨਾਂ ਨੂੰ ਦੀਨ ਹੋਇਆ ਤੱਕਿਆ, ਕਾਲ ਦੇ ਮਾਰਿਆ ਹੋਇਆਂ ਨੂੰ ਅਧੀਨ ਹੋਇਆ ਤੇ ਡਿੱਗਿਆ ਹੋਇਆ ਧਰਤੀ ਤੇ ਤੱਕਿਆ। ਜਿਨ੍ਹਾਂ ਪਾਤਸ਼ਾਹੀ ਕਰੀ ਕੋਟ ਜੁਗਿਆਂ। ਜਿਨ੍ਹਾਂ ਨੇ ਕਹਿੰਦੇ ਜਿਹੜੀ ਪਾਤਸ਼ਾਹੀ ਦੁਨੀਆ ਦੀ ਇੱਕ ਯੁੱਗ ਨਹੀਂ ਕਰੋੜਾਂ ਯੁਗਾਂ ਤੱਕ ਕੀਤੀ ਸੀ। ਰਸੰ ਆਨ ਰਸੰ ਭਲੀ ਭਾਂਤ ਭੁਗਿਆਂ। ਜਿਹੜੇ 6 ਤਰ੍ਹਾਂ ਦੇ ਰਸ ਹੈ ਉਹਨੂੰ ਵੀ ਚੰਗੀ ਤਰ੍ਹਾਂ ਭੋਗਿਆ ਸੀ, 6 ਰਸਾਂ ਦਾ ਵੀ ਆਨੰਦ ਮਾਣਿਆ ਸੀ। ਤੇ ਆਨ ਰਸ ਹੋਰ ਜਿਹੜੇ ਕੋਈ ਰਸ ਹੈ ਤੁਚਾ ਵਗੈਰਾ ਚੌੜੀ ਦੇ ਉਹ ਵੀ ਜਿਨ੍ਹਾਂ ਨੇ ਲਏ ਸੀ, ਸੁਣਨ ਦੇ, ਦੇਖਣ ਡੂਠਣ ਦੇ ਸਾਰੇ ਆਨੰਦ ਮਾਣੇ ਸੀ, ਭੋਗੇ ਸੀ। ਵਹ ਅੰਤ ਕੋ ਪਾਵ ਨਾਗੇ ਪਧਾਰੇ। ਕਹਿੰਦੇ ਖਾਲਸਾ ਜੀ ਇਹ ਜਿਹੜਾ ਮਹਾਕਾਲ ਹੈ ਉਹਨੇ ਕਹਿੰਦੇ ਐਸਾ ਪਾਣਾ ਵਰਤਾਇਆ, ਉਹ ਵੀ ਕਹਿੰਦੇ ਅੰਤ ਨੂੰ ਇੱਥੋਂ ਨੰਗੇ ਪੈਰੀਂ ਚਲੇ ਗਏ, ਉਹ ਕਾਲ ਦੇ ਮਾਰੇ ਹੋਏ। ਗਿਰੇ ਦੀਨ ਦੇਖੇ ਹਠੀ ਕਾਲ ਮਾਰੇ। ਇਸੇ ਤਰ੍ਹਾਂ ਕਹਿੰਦੇ ਜਿਹੜੇ ਹਠੀਏ ਲੋਕ ਸੀ ਕਾਲ ਦੇ ਮਾਰੇ ਹੋਏ, ਉਹ ਦੀਨ ਹੋਏ ਹੋਏ ਗਰੀਬ ਜੇ ਹੋਏ ਕਹਿੰਦੇ ਡਿੱਗੇ ਦੇਖੇ ਗਏ। ਗਿਰੇ ਦੀਨ ਦੇਖੇ ਹਠੀ ਕਾਲ ਦੇ ਮਾਰੇ ਹੋਏ, ਉਹ ਕਹਿੰਦੇ ਸਾਰੇ ਡਿੱਗੇ ਹੋਏ ਦੀਨ ਜੇ ਦੇਖੇ ਹੋਏ। ਜਿਵੇਂ ਗਰੀਬ ਕੋ ਪਿਆ ਹੁੰਦਾ ਨਾ ਨਿੰਮੋ ਝੂਣਾ ਜਿਹਾ ਹੋਇਆ, ਉਹ ਕਹਿੰਦੇ ਹਠੀ ਲੋਕ ਕਾਲ ਦੇ ਮਾਰੇ ਡਿੱਗੇ ਪਏ ਦੇਖੇ ਦੁਨੀਆ 'ਚ। ਜਿਨ੍ਹਾਂ ਖੰਡੀਆਂ ਦੰਡ ਧਾਰੰ ਅਪਾਰੰ। ਜਿਨ੍ਹਾਂ ਨੇ ਕਹਿੰਦੇ ਇਸੇ ਤਰ੍ਹਾਂ ਖੰਡੀਆਂ ਦੰਡ ਧਾਰੰ, ਆਪਣਾ ਡੰਡ ਧਾਰਿਆ ਸੀ। ਜਿਹੜੇ ਕੋਈ ਰਾਜੇ ਲੋਕ ਸੀ ਉਹਨਾਂ ਅਪਾਰੀਆਂ ਨੂੰ ਸਾਰਿਆਂ ਨੂੰ ਕਹਿੰਦੇ ਉਹਨੇ ਟੋਟੇ ਕਰ ਦਿੱਤਾ। ਜਿਹਨੇ ਕੋਈ ਡੰਡ ਧਾਰੀ ਸੀ, ਆਪਣਾ ਹੁਕਮ ਰੂਪੀ ਡੰਡ ਧਾਰਨ ਵਾਲੇ ਬੇਅੰਤ ਰਾਜੇ ਸੀ, ਜਿਸ ਕਾਲ ਨੇ ਉਹਨਾਂ ਨੂੰ ਵੀ ਕਹਿੰਦੇ ਟੋਟੇ ਕਰ ਦਿੱਤਾ। ਕਰੇ ਚੰਦਰਮਾ ਸੂਰ ਚੇਰੇ ਦੁਆਰੰ। ਇਹੋ ਜਿਹੇ ਵੀ ਦੁਨੀਆ ਵਿੱਚ ਹੋਇਆ ਰੌਣ ਵਰਗੇ, ਜਿਨ੍ਹਾਂ ਨੇ ਆਪਣੇ ਕਹਿੰਦੇ ਦਰਵਾਜ਼ੇ ਤੇ ਚੰਦਰਮਾ ਸੂਰਜ ਨੂੰ ਕਹਿੰਦੇ ਸੇਵਕ ਬਣਾ ਲਿਆ। ਚੰਦ ਸੂਰਜ ਜਾ ਕੇ ਤਪਤ ਰਸੋਈ ਬੈਸੰਤਰ ਜਾ ਕੇ ਕਪੜੇ ਧੋਈ। ਜਿਨ੍ਹਾਂ ਨੇ ਆਪਣੇ ਕਹਿੰਦੇ ਚੰਦਰਮਾ ਤੋਂ ਸੂਰ ਨੂੰ ਦਰਵਾਜ਼ੇ ਤੇ ਸੇਵਕ ਬਣਾ ਲਿਆ ਸੀ, ਆਪਣੇ ਅਧੀਨ ਕਰ ਲਿਆ ਸੀ, ਨੌਕਰ ਬਣਾ ਲਿਆ ਸੀ। ਜਿਨੇ ਇੰਦਰ ਸੇ ਜੀਤ ਕਾ ਛੋੜ ਡਾਰੇ। ਇਹਨਾਂ ਨੇ ਇੰਦਰ ਵਰਗੇ ਜਿਹੜੇ ਕਹਿੰਦੇ ਜਿੱਤ ਕੇ ਛੱਡੇ ਸੀ। ਇਹ ਮੇਘ ਨਾਲ ਸੀ, ਇਹਨੇ ਇੰਦਰ ਨੂੰ ਫੜ ਲਿਆ ਸੀ ਤੇ ਜਿੱਤ ਲਿਆ, ਕਾਬੂ ਕਰ ਲਿਆ। ਫਿਰ ਮਿੰਨਤਾਂ ਤਲਨੀਆਂ ਜਿਹੀਆਂ ਦੇਖ ਕੇ ਇਹਨੇ ਮੇਘਨਾਥ ਨੇ ਛੱਡ ਦਿੱਤਾ ਸੀ। ਇਸ ਤਰ੍ਹਾਂ ਕਹਿੰਦੇ ਜਿਹੜੇ ਰਾਵਣ ਦੇ ਪੁੱਤਰ ਮੇਘਨਾਥ ਵਰਗੇ ਸੀ, ਇੰਦਰ ਵਰਗਿਆਂ ਨੂੰ ਜਿਹਨਾਂ ਨੇ ਜਿੱਤ ਕੇ ਕਹਿੰਦੇ ਛੱਡ ਦਿੱਤਾ ਸੀ। ਵਹ ਦੀਨ ਦੇਖੇ ਗਿਰੇ ਕਾਲ ਮਾਰੇ। ਕੋਈ ਮਹਾਕਾਲ ਦੇ ਮਾਰੇ ਹੋਏ ਇੱਥੇ ਡਿੱਗੇ ਹੋਏ ਤੇ ਬਹੁਤ ਦੀਨ ਜੇ ਕਹਿੰਦੇ ਦੇਖੇ ਗਏ। ਉਹ ਧੱਕੇ ਅਸੀਂ ਦ੍ਰਿਸ਼ਟੀ ਨਾਲ ਇਹ ਮਹਾਕਾਲ ਤੋਂ ਜਿਹੜੇ ਉਹ ਕੋਈ ਬਚਿਆ ਨਹੀਂ ਹੈ। ਇਸ ਤਰ੍ਹਾਂ ਇਹ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਹ ਮਹਾਕਾਲਕ ਦਾ ਰੂਪ ਬਣ ਕੇ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਦੇ ਵਿੱਚ ਕੋਈ ਲਫ਼ਜ਼ ਕਹੇ ਹੈ। ਇੱਥੇ 69 ਪੌੜੀਆਂ ਇਹ ਪੂਰੀਆਂ ਹੋ ਗਈਆਂ ਹਨ। ਇਸ ਤੋਂ ਅਗਲੇ ਪੌੜੀਆਂ ਦੀ ਜਿਹੜੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਕਰਾਂਗੇ। ਹੁਣ ਇੱਥੇ ਸਮਾਪਤੀ ਹੈ ਜੀ। ਜਿਨੈ ਖੰਡੀਆਂ ਦੰਡ ਧਾਰੰ ਅਪਾਰੰ। ਕਰੇ ਚੰਦਰਮਾ ਸੂਰ ਚੇਰੇ ਦੁਆਰੰ। ਜਿਨੇ ਇੰਦਰ ਸੇ ਜੀਤ ਕਾ ਛੋੜ ਡਾਰੇ। ਵਹ ਦੀਨ ਦੇਖੇ ਗਿਰੇ ਕਾਲ ਮਾਰੇ।
वाहिगुरु जी का खालसा वाहिगुरु जी की फतेह। हे आचित हे पार ब्रह्म अविनाशी अगनाश, हे पूरन हे सर्वमय दुख पंजन गुण सास, हे संगी हे निरंकार, हे निर्गुण सावटे, हे गोविंद हे गुण निधान, जाके सदा विवेक, हे अपरंपर हर हरे, है पी होवनहार, हे संतां का सदा संग, निदाराया धार, हे ठाकुर हों दासरो, मैं निर्गुण गुण कोय, नानक दीजै नाम दान, राखो हिय परो। आए प्रभ शरणागति, कृपा निध दयाल, एक अखर हर मन वसत, नानक होत निहाल। वाहिगुरु नाम जहाज है, चढ़े सो चढ़े पार, जो सरदा कर सेवंदे, गुरु पारे उतारन हार, जो सरदा कर सेवंदे, गुरु पारे उतारन हार। तो ठाकुर